ਹੈਲੋ ਦੋਸਤੋ, ਕੀ ਹਾਲ ਹੈ। ਇਹ ਚੈਨਲਿੰਗ ਮੈਂ ਪੰਜਾਬੀ ਵਿੱਚ ਕਰਾਂਗੀ। ਜੇ ਤੁਹਾਡੀ ਫਰਮਾਇਸ਼ 'ਤੇ ਹਿੰਦੀ ਦੀਆਂ ਕਿੰਨੀਆਂ ਚੈਨਲਿੰਗਸ ਆ ਗਈਆਂ ਹੈ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਬੇਸਿਕਲੀ ਪੰਜਾਬੀ ਹਾਂ ਅਤੇ ਪੰਜਾਬੀ ਲੈਂਗੁਏਜ ਮੇਰੀ ਬੇਸਿਕ ਨੇਟਿਵ ਜਾਂ ਮਦਰ ਟੰਗ ਲੈਂਗੁਏਜ ਹੈ। ਤਾਂ ਜੇ ਹਿੰਦੀ ਵਿੱਚ ਇੰਨੇ ਬਣਾਤੇ ਤਾਂ ਪੰਜਾਬੀ ਵਿੱਚ ਕਿਉਂ ਨਹੀਂ। ਸ਼ਾਇਦ ਕੋਈ ਸੁਣਨ ਵਾਲਾ ਹੋਵੇ ਅਤੇ ਹਿੰਦੀ ਆਡੀਅנਸ ਨੂੰ ਵੀ ਪੰਜਾਬੀ ਸਮਝ ਆ ਹੀ ਜਾਂਦੀ ਹੈ, ਕਿਉਂਕਿ ਪੰਜਾਬੀ ਅਤੇ ਹਿੰਦੀ ਬਹੁਤ ਸਿਮਿਲਰ ਲੈਂਗੁਏਜਿਸ ਹਨ ਸੁਣਨ ਵਿੱਚ, ਬੋਲਣ ਵਿੱਚ, ਲਿਖਣ ਵਿੱਚ ਨਹੀਂ। ਲਿਖਣ ਵਿੱਚ ਤਾਂ ਜੇ ਕਿਸੇ ਨੂੰ ਪੰਜਾਬੀ ਆਉਂਦੀ ਹੋਵੇ ਲਿਖਣੀ ਤਾਂ ਹੀ ਉਹ ਲਿਖ ਸਕਦਾ ਹੈ, ਪਰ ਬੋਲਣ ਵਿੱਚ ਅਤੇ ਸੁਣਨ ਵਿੱਚ ਉਹ ਹਿੰਦੀ ਦੇ ਵਰਗੀ ਹੀ ਲੱਗਦੀ ਹੈ। ਤਾਂ ਚਲੋ ਸ਼ੁਰੂ ਕਰਦੇ ਹਾਂ। ਅਤੇ ਜਿਹੜਾ ਟੌਪਿਕ ਵੀ ਨਿਕਲ ਕੇ ਆਇਆ ਹੈ ਉਹ ਹੈ ਕਿ ਡਿਵਾਈਨ ਮੈਸਕੁਲਾਈਨ ਕੀ ਸੋਚ ਰਿਹਾ ਹੈ, ਕੀ ਕਰ ਰਿਹਾ ਹੈ ਅਤੇ ਕੀ ਕਹਿਣਾ ਚਾਹੁੰਦਾ ਹੈ ਤੁਹਾਨੂੰ। ਅਤੇ ਸ਼ੁਰੂ ਕਰਦੇ ਹਾਂ। ਲਾਈਵ ਚੈਨਲਿੰਗ ਹੈਗੀ ਹੈ ਅਤੇ ਮੇਰੇ ਨਾਲ ਸਾਥ ਬਣੇ ਰਹੋ ਤਾਂ ਕਿ ਆਪਾਂ ਚੈਨਲਿੰਗ ਅੱਗੇ ਵਧਾ ਸਕੀਏ। ਡਿਵਾਈਨ ਮੈਸਕੁਲਾਈਨ ਕੀ ਕਰਨਾ ਚਾਹੁੰਦਾ ਹੈ, ਕੀ ਕਹਿਣਾ ਚਾਹੁੰਦਾ ਹੈ ਅਤੇ ਕੀ ਸੋਚ ਰਿਹਾ ਹੈ, ਕੀ ਕਰ ਰਿਹਾ ਹੈ। ਡਿਵਾਈਨ ਮੈਸਕੁਲਾਈਨ ਤੁਹਾਡੀਆਂ ਗੁੱਤਾਂ ਪੱਟਣੀਆਂ ਚਾਹੁੰਦਾ ਹੈ। ਯੈਸ ਵਿਊਅਰਸ, ਉਹ ਇਹੀ ਕਹਿ ਰਿਹਾ ਹੈ ਐਗਜ਼ੈਕਟਲੀ, ਇਸੀ ਲਈ ਮੇਰਾ ਹਾਸਾ ਨਿਕਲ ਗਿਆ। ਡਿਵਾਈਨ ਮੈਸਕੁਲਾਈਨ ਤੁਹਾਡੀਆਂ ਗੁੱਤਾਂ ਪੱਟਣੀਆਂ ਚਾਹੁੰਦਾ ਹੈ। ਅਤੇ ਫਿਰ ਮੈਂ ਪੁੱਛਿਆ ਕਿ ਉਹ ਇਹ ਚੀਜ਼ ਕਿਉਂ ਕਹਿ ਰਿਹਾ ਹੈ। ਜੋ ਉਹਨੇ ਮੈਨੂੰ ਭਾਵ ਜਾਂ ਫੀਲਿੰਗ ਦਿਖਾਈ ਉਹ ਇਹ ਇਸ ਲਈ ਕਹਿ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਨਾ ਕਿ ਉਹਦੀਆਂ ਕਈ ਗਲਤੀਆਂ ਦੇ ਕਾਰਨ, ਕਿੰਨੀਆਂ ਹੀ ਗਲਤੀਆਂ ਦੇ ਕਾਰਨ ਜਾਂ ਕਈ ਗਲਤੀਆਂ ਦੇ ਕਾਰਨ ਤੁਸੀਂ ਉਹ ਤੋਂ ਗੁੱਸੇ 'ਚ ਰਹਿੰਦੇ ਹੋ। ਤੁਸੀਂ ਚਾਹੁੰਦੇ ਹੋ ਕਿ ਜੇ ਮੇਰਾ ਬੱਸ ਚੱਲੇ, ਮੇਰੇ ਸਾਹਮਣੇ ਆਵੇ ਤਾਂ ਸ਼ਾਇਦ ਮੈਂ ਥੱਪੜ ਮਾਰ ਦਿਆਂ। ਜੋ ਕੁਛ ਕੀਤਾ ਜਿਹਦੇ ਕਾਰਨ ਸੈਪਰੇਸ਼ਨ ਹੋਈ, ਇੰਨੀ ਦੇਰ ਤੁਸੀਂ ਇੱਕ ਦੂਜੇ ਤੋਂ ਲੱਗ ਰਹੇ ਹੋ। ਉਸੇ ਤਰ੍ਹਾਂ ਉਹ ਵੀ ਕਈ ਚੀਜ਼ਾਂ ਤੁਹਾਡੇ ਲਈ ਸੋਚਦਾ ਹੈ ਵੀ ਤੁਸੀਂ ਸ਼ਾਇਦ ਗਲਤ ਕੀਤੀਆਂ, ਜਿਹਦੇ ਕਾਰਨ ਸੈਪਰੇਸ਼ਨ ਹੋਈ, ਜਿਹਦੇ ਕਾਰਨ ਕੋਈ ਵੀ ਉਹਦੇ ਮਨ 'ਚ ਮਨ ਮੁਟਾਵ ਆ ਗਿਆ ਤੁਹਾਡੇ ਲਈ। ਇਸ ਲਈ ਗੁੱਤਾਂ ਪੱਟਣੀਆਂ ਚਾਹੁੰਦਾ ਹੈ। ਪੰਜਾਬੀ ਲੈਂਗੁਏਜ ਵਿੱਚ ਜਦੋਂ ਆਪਾਂ ਕਹੀਦਾ ਕਿ ਗੁੱਤਾਂ ਪੱਟਣੀਆਂ ਚਾਹੁੰਦਾ ਹੈ, ਜਨਰਲੀ ਉਹ ਖੇਡ ਵਿੱਚ ਜਦੋਂ ਆਪਾਂ ਕਿਸੇ ਨਾਲ ਨਾਰਾਜ਼ ਜਾਂ ਗੁੱਸੇ ਹੋਈਏ ਤਾਂ ਆਪਾਂ ਕਹੀਦਾ ਕਿ ਗੁੱਤਾਂ ਪੱਟ ਦਿਆਂਗਾ। ਗੁੱਤਾਂ ਪੱਟ ਦਿਆਂਗਾ ਮਤਲਬ ਜਿਹੜੀਆਂ ਆਪਾਂ ਗੁੱਤਾਂ ਕੀਤੀਆਂ, ਚੋਟੀਆਂ ਕੀ ਹੋਤੀਆਂ, गुत्तों को खींच देना। अब ये ऐसी चीज़ नहीं है जो बहुत ही प्योर एंगर में होती है। ये तभी कोई कर सकता है जब प्यार भी उतना ही करता हो, प्यार भी उन्ना ही करता होवे ते गुस्से भी उन्ना ही होवे। जिवें थोड़ी मम्मी या थोड़े फादर या थोड़ा ब्रदर भी थोड़ियां गुत्तां पट सकता है। क्लोज ही हुंदा कोई जिहड़ा पट सकता है, एवें कोई नहीं आके पट, कोई रिश्तेदार नहीं आके पट दूगा। वो फिर थोड़े घर दे बोलन लग जाणगे कि ये की कर रहे हैं तू, या ये की कर रही हैं। तो डिवाइन मैस्कुलाइन पहली चीज़ जो कहता है, डिवाइन मैस्कुलाइन कहता है मैं थोड़ियां गुत्तां पटनियां चाहना हाँ। तो ਉਹਦਾ ਫੀਲਿੰਗ ਇਹਦੇ ਪਿੱਛੇ ਇਹ ਹੈ ਕਿ ਉਹ ਨਾਰਾਜ਼ ਹੈ ਕਈ ਚੀਜ਼ਾਂ ਨੂੰ ਲੈ ਕੇ, ਉਹਦੇ ਅੰਦਰ ਵੀ ਐਂਗਰ ਇਸ਼ੂਜ਼ ਹੈਗੇ ਨੇ ਅਤੇ ਉਹ ਗੁੱਤਾਂ ਪੱਟਣੀਆਂ ਚਾਹੁੰਦਾ ਹੈ। ਜਿਵੇਂ ਕੰਨ ਪੱਟੀ ਦੇ ਆ, ਸਬਕ ਸਿਖਾਉਣਾ ਚਾਹੁੰਦਾ ਵੀ ਤੂੰ ਇਹ ਜਿਹੜੀ ਚੀਜ਼ ਕੀਤੀ ਇਹ ਠੀਕ ਨਹੀਂ ਸੀ, ਜਾਂ ਇਸ ਤਰ੍ਹਾਂ ਜੋ ਤੂੰ ਕਦੇ ਬਿਹੇਵ ਕੀਤਾ ਮੇਰੇ ਨਾਲ ਉਹ ਠੀਕ ਨਹੀਂ ਸੀ, ਜਾਂ ਤੇਰੇ ਵੱਲੋਂ ਵੀ ਕੁਛ ਇਹੋ ਜਿਹੀਆਂ ਚੀਜ਼ਾਂ ਸੀ। ਸਿਮਿਲਰਲੀ ਜਿਵੇਂ ਮੈਂ ਸਮਝਾਇਆ ਕਿ ਡਿਵਾਈਨ ਫੈਮੀਨਾਈਨ ਨੂੰ ਵੀ ਕਈ ਵਾਰੀ ਲੱਗਦਾ ਹੈ ਨਾ, ਮੋਸਟਲੀ ਲੱਗਦਾ ਕਿ ਮੈਸਕੁਲਾਈਨ ਨੇ ਇਹ ਚੀਜ਼ਾਂ ਬਹੁਤ ਗਲਤ ਕੀਤੀਆਂ, ਜੇ ਇਹ ਨਾ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਅਸੀਂ ਇਕੱਠੇ ਹੁੰਦੇ। ਡਿਵਾਈਨ ਫੈਮੀਨਾਈਨ ਇਹ ਭੁੱਲ ਜਾਂਦੀ ਹੈ ਕਿ ਸੈਪਰੇਸ਼ਨ ਵੀ ਪਾਰਟ ਹੈਗਾ ਟਵਿਨ ਫਲੇਮ ਜਰਨੀ ਦਾ, ਉਹ ਵੀ ਹੋਣਾ ਹੀ ਹੋਣਾ ਸੀ। ਇਹ ਨਹੀਂ ਹੈ ਕਿ ਉਹ ਚੀਜ਼ਾਂ ਨਾ ਹੁੰਦੀਆਂ ਤਾਂ ਇਹ ਸੈਪਰੇਸ਼ਨ ਨਾ ਹੁੰਦੀ। ਸੈਪਰੇਸ਼ਨ ਤਾਂ ਹੋਣੀ ਹੀ ਹੋਣੀ ਸੀ, ਜਿੰਨੀ ਲਿਖੀ ਹੋਈ ਹੈ ਤੁਹਾਡੀ ਕਿਸਮਤ ਵਿੱਚ ਉਹ ਹੋਣੀ ਹੀ ਸੀ। ਚਲੋ ਫਿਰ ਪੁੱਛਦੇ ਹਾਂ ਹੋਰ ਡਿਵਾਈਨ ਮੈਸਕੁਲਾਈਨ ਕੀ ਕਹਿੰਦਾ ਹੋਰ। ਉਹ ਕਹਿੰਦਾ ਕਿ ਕਈ ਵਾਰੀ ਜਿਵੇਂ ਧੂੰਆਂ ਉੱਠਦਾ ਉੱਪਰ, ਮੇਰੇ ਅੰਦਰ ਵੀ ਉਬਾਲ ਆਉਂਦਾ। ਮੈਨੂੰ ਤੂੰ ਅਤੇ ਤੇਰੀ ਮਹਿਕ ਹਵਾ ਵਿੱਚ ਸੁੰਘਣ ਨੂੰ ਮਿਲਦੀ ਹੈ। ਉਹ ਧੂੰਆਂ ਜਿਵੇਂ ਉੱਪਰ ਉੱਠਦਾ, ਮੇਰੇ ਅੰਦਰ ਉਬਾਲ ਆਉਂਦਾ ਅਤੇ ਮੈਂ ਵੀ ਤੈਨੂੰ ਪਾਉਣਾ ਚਾਹੁੰਦਾ, ਤੇਰੇ ਕੋਲ ਆਉਣਾ ਚਾਹੁੰਦਾ, ਤੈਨੂੰ ਦੱਸਣਾ ਚਾਹੁੰਦਾ ਕਈ ਵਾਰੀ ਕਿ ਮੇਰੇ ਅੰਦਰ ਕੀ ਕੁਝ ਚੱਲਦਾ ਰਹਿੰਦਾ, ਮੇਰੇ ਅੰਦਰ ਕੀ ਗੱਲਾਂ, ਕੀ ਸੋਚਾਂ ਚੱਲਦੀਆਂ ਰਹਿੰਦੀਆਂ। ਹੌਲੀ ਹੌਲੀ ਤੈਨੂੰ ਦੱਸਣਾ ਚਾਹੁੰਦਾ। ਜਿਵੇਂ ਹੌਲੀ ਹੌਲੀ ਧੂੰਆਂ ਉੱਪਰ ਜਾਂਦਾ ਉਸ ਤਰ੍ਹਾਂ ਉਹ ਕਹਿ ਰਿਹਾ ਕਿ ਤੁਹਾਨੂੰ ਹੌਲੀ ਹੌਲੀ ਸ਼ਾਇਦ ਦੱਸੇਗਾ, ਜਾਂ ਹੌਲੀ ਹੌਲੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹਦੇ ਅੰਦਰ ਕੀ ਚੱਲਦਾ ਰਹਿੰਦਾ ਤੁਹਾਡੇ ਲਈ, ਤੁਹਾਡੇ ਪ੍ਰਤੀ ਕੀ ਫੀਲਿੰਗਸ। ਰੋਮਾਂਸ ਦੀ ਗੱਲ ਕਰ ਰਿਹਾ, ਬੇਸਿਕਲੀ ਪਿਆਰ ਦੀ ਗੱਲ ਕਰ ਰਿਹਾ। ਹੌਲੀ ਹੌਲੀ ਧੂੰਆਂ ਉੱਪਰ ਉੱਠ ਰਿਹਾ। ਇਹ ਨਹੀਂ ਹੈ ਜਿਵੇਂ ਭਾਂਬੜ ਮੱਚਿਆ ਹੁੰਦਾ ਇੱਕਦਮ ਅੱਗ ਲੱਗ ਜਾਂਦੀ ਹੈ, ਉਸ ਤਰ੍ਹਾਂ ਦਾ ਨਹੀਂ ਹੈਗਾ ਕਿ ਉਹਦੇ ਅੰਦਰ ਹੌਲੀ ਹੌਲੀ ਜਿਵੇਂ ਧੂੰਆਂ ਨਹੀਂ ਨੀਚੇ ਲਗਾ ਦਈ ਦੀ ਅੱਗ ਪੇੜ ਪੱਤਿਆਂ ਨੂੰ
ਤੇ ਹੌਲੀ ਹੌਲੀ ਧੂੰਆਂ ਉੱਪਰ ਜਾਂਦਾ। ਉਸ ਤਰ੍ਹਾਂ ਕਹਿੰਦਾ ਮੇਰੇ ਅੰਦਰ ਉੱਠਦੀਆਂ ਨੇ ਗੱਲਾਂ, ਮੈਂ ਸੋਚਦਾ ਹਾਂ ਤੇ ਹੌਲੀ ਹੌਲੀ ਉਹ ਰਿਲੀਜ਼ ਕਰ ਰਿਹਾ ਆਪਣੀਆਂ ਇਮੋਸ਼ਨਸ, ਆਪਣੀਆਂ ਫੀਲਿੰਗਸ ਤੁਹਾਡੇ ਲਈ, ਤੁਹਾਡੇ ਤੱਕ ਸ਼ਾਇਦ ਪਹੁੰਚਣ ਨੂੰ ਆਉਣ ਵਾਲੇ ਕੁਛ ਦਿਨਾਂ ਤੱਕ। ਜੇ ਤੁਸੀਂ ਅਲੱਗ-ਅਲੱਗ ਹੈਗੇ ਹੋ, ਸ਼ਾਇਦ ਤੁਹਾਨੂੰ ਇੱਕ ਫੀਲਿੰਗ, ਇੱਕ ਪਰਸੈਪਸ਼ਨ ਆਵੇ ਉਹਦੀ ਰੋਮਾਂਸ ਦੀ, ਉਹਦੀਆਂ ਅੰਦਰੂਨੀ ਫੀਲਿੰਗਸ ਦੀ, ਹੈ ਨਾ, ਜੋ ਦਿਲ ਦੀਆਂ ਗੱਲਾਂ ਹੁੰਦੀਆਂ, ਆਪਾਂ ਸ਼ਾਇਦ ਕਿਸੇ ਨੂੰ ਕਹਿੰਦੇ ਵੀ ਨਹੀਂ, ਸਪੈਸ਼ਲੀ ਲਵਰਸ ਨੂੰ ਆਪਾਂ ਬਹੁਤ ਸੋਚ ਸਮਝ ਕੇ ਚੱਲਦੇ ਹਾਂ, ਉਹਨਾਂ ਨਾਲ ਆਪਾਂ ਕਈ ਵਾਰੀ ਪੂਰੀ ਗੱਲ ਦੱਸਦੇ ਵੀ ਨਹੀਂ। ਉਸ ਤਰ੍ਹਾਂ ਦੀਆਂ ਫੀਲਿੰਗਸ ਉਹ ਹੌਲੀ ਹੌਲੀ ਜਿਹੜਾ ਧੂੰਆਂ ਉੱਪਰ ਉੱਠ ਰਿਹਾ ਨਾ, ਮੈਨੂੰ ਦਿਖਾਇਆ ਜਾ ਰਿਹਾ, ਉਹਦੇ ਵਿੱਚ ਹੌਲੀ ਹੌਲੀ ਜਿਵੇਂ ਮਤਲਬ ਇੱਕ ਸਰਦੀ ਦੀ ਰਾਤ ਜਾਂ ਸ਼ਾਮ ਹੁੰਦੀ ਹੈ, ਆਪਾਂ ਅੱਗ ਦੇ ਆਲੇ ਦੁਆਲੇ ਬੈਠੀ ਦਾ, ਅੱਗ ਬੁੱਝ ਜਾਂਦੀ ਹੈ ਬੋਨਫਾਇਰ, ਅਤੇ ਫਿਰ ਹੌਲੀ ਜਿਹਾ ਜਿਹੜਾ ਧੂੰਆਂ ਨਿਕਲਦਾ, ਬਹੁਤ ਹੀ ਮੁਲਾਇਮ ਜਿਹਾ ਧੂੰਆਂ, ਉਸ ਤਰ੍ਹਾਂ ਦੀਆਂ ਅੰਦਰੂਨੀ ਫੀਲਿੰਗਸ ਹੈਗੀਆਂ। ਪਰ ਪਹਿਲਾਂ ਕਹਿੰਦਾ ਸੀ ਕਿ ਮੈਂ ਤੇਰੀਆਂ ਗੁੱਤਾਂ ਪੱਟਣੀਆਂ ਚਾਹੁੰਦਾ, ਅਤੇ ਐਕਚੁਅਲ ਅੰਦਰ ਇਹੋ ਜਿਹੀਆਂ ਫੀਲਿੰਗਸ ਹੈਗੀਆਂ। ਚਲੋ ਹੋਰ ਪੁੱਛਦੇ ਹਾਂ। ਉਹ ਕਹਿੰਦਾ ਮੈਂ ਸੋਚਦਾ ਹਾਂ ਕਿ ਮੈਂ ਤੇਰੇ ਵੱਲ ਆਵਾਂ। ਸੋਚਦਾ ਹੈ, ਪ੍ਰਪੋਜ਼ਲ ਦਾ ਵੀ ਸੋਚਦਾ ਹੈ, ਤੇਰੇ ਵੱਲ ਆਉਣ ਦਾ ਵੀ ਸੋਚਦਾ ਹੈ, ਤੁਹਾਡੇ ਵੱਲ ਆਉਣ ਦਾ ਵੀ ਸੋਚਦਾ ਹੈ। ਮਤਲਬ ਚਾਰਜਿੰਗ ਫੋਰਵਰਡ, ਕਿ ਜਿਹੜੀਆਂ ਫੈਮੀਨਾਈਨਸ ਵੇਟ ਕਰਦੀਆਂ ਪਈਆਂ ਕਿ ਕਦੋਂ ਮਿਲਣ ਹੋਵੇਗਾ, ਕਦੋਂ ਮੈਸਕੂਲਾਈਨ ਆਏਗਾ, ਕਦੋਂ ਸਾਡੀ ਜ਼ਿੰਦਗੀ ਅੱਗੇ ਵਧੇਗੀ, ਅਸੀਂ ਬਸ ਇੱਥੇ ਸਟਕ ਹੈਗੇ ਹਾਂ। ਅਤੇ ਉਹ ਕਹਿੰਦਾ ਕਿ ਮੈਂ ਸੋਚਦਾ ਹਾਂ, ਪਰ ਉਹਦੀ ਹਲੇ ਜਿਹੜਾ ਕੌਨਫੀਡੈਂਸ ਹੈ ਨਾ, ਉਹ 100% ਨਹੀਂ ਹੈਗਾ ਮੈਨੂੰ ਦਿਖ ਰਿਹਾ। ਉਹ ਜਿਵੇਂ ਕਹਿੰਦਾ ਪਿਆ ਨਾ ਮੈਨੂੰ ਕਿ ਮੈਂ ਸੋਚਦਾ ਹਾਂ ਅੱਗੇ ਆਉਣ ਦੀ, ਮੈਂ ਸੋਚਦਾ ਹਾਂ ਤੇਰੇ ਬਾਰੇ, ਉਹ ਸ਼ੇਕੀ ਹੈ ਥੋੜ੍ਹਾ। ਮਤਲਬ ਕਹਿ ਲਓ ਜਿਵੇਂ 80% ਕਿਸੇ ਨੂੰ ਹੁੰਦਾ ਨਾ, ਅਤੇ ਉਹ ਸ਼ੇਕੀ ਇਸ ਲਈ ਨਹੀਂ ਹੈ ਵੀ ਤੁਹਾਡੇ 'ਚ ਕੋਈ ਕਮੀ ਹੈ, ਉਹ ਸ਼ੇਕੀ ਇਸ ਲਈ ਕਿਉਂਕਿ ਹਲੇ ਉਹਦੀ ਆਪਣੀ ਲਾਈਫ 'ਚ ਜੋ ਉਹ ਆਪਣੀ ਐਨਰਜੀ ਵਿੱਚ ਬਣਨਾ ਚਾਹੁੰਦਾ ਨਾ, ਉੱਧਰ ਵੀ ਤਾਂ ਮੈਸਕੂਲਾਈਨ ਵੀ ਤਾਂ ਇੰਪਾਵਰਮੈਂਟ ਹੁੰਦੀ ਹੈ ਨਾ ਇੱਕ ਚੀਜ਼। ਜਿਵੇਂ ਆਪਾਂ ਕਹੀਦਾ ਫੈਮੀਨਾਈਨ ਇੰਪਾਵਰਮੈਂਟ ਜਦੋਂ ਤੱਕ ਨਹੀਂ ਹੁੰਦੀ ਆਪਾਂ ਪੂਰਾ ਚੰਗਾ ਫੀਲ ਨਹੀਂ ਕਰਦੇ, ਉਸੇ ਤਰ੍ਹਾਂ ਉਹ ਵੀ ਹਲੇ ਪੂਰਾ ਚੰਗਾ ਫੀਲ ਨਹੀਂ ਕਰਦਾ। ਦੇਖੋ ਪ੍ਰਪੋਜ਼ਲ ਅਤੇ ਵਿਆਹ ਮੁੰਡੇ ਉਦੋਂ ਕਰਾਉਂਦੇ ਆ ਜਦੋਂ ਨਾ ਉਹ ਪੂਰਾ ਸਪਿਕ ਐਂਡ ਸਪੈਨ ਫੀਲ ਕਰਦੇ ਹੋਣ। ਫਿਰ ਘਰ ਦੇ ਜੇ ਕੋਈ ਰਿਸ਼ਤਾ ਲਿਆਉਣ ਜਾਂ ਆਪ ਵੀ ਸੋਚਣ ਤਾਂ ਉਹ ਬਿਲਕੁਲ ਇੱਕਦਮ ਚੁਟਕੀ ਜਿਵੇਂ ਵੱਜਦੀ ਹੈ ਨਾ, ਉਸ ਤਰ੍ਹਾਂ ਚਾਰਜ ਫੋਰਵਰਡ ਕਰਦੇ ਆ। ਉਹ ਚੁਟਕੀ ਵਾਲੀ ਗੱਲ ਨਹੀਂ ਹਲੇ ਆਈ ਹੈਗੀ, ਪਰ ਉਹ ਕਹਿੰਦਾ ਨਾ, ਕਹਿ ਰਿਹਾ ਮੈਂ ਸੋਚਦਾ ਹਾਂ ਤੇਰੇ ਵੱਲ ਆਉਣ ਦੀ, ਤੇਰੇ ਬਾਰੇ 'ਚ ਵੀ ਸੋਚਦਾ ਹਾਂ, ਪਰ ਪਤਾ ਨਹੀਂ ਕਿਉਂ ਝਿਜਕ ਜੀ ਹੈ ਹਲੇ ਮੈਨੂੰ, ਰਹਿ ਜਾਂਦਾ ਹਾਂ, ਪੈਰ ਪਿੱਛੇ ਕਰ ਲੈਂਦਾ ਹਾਂ। ਆਉਣਾ ਤਾਂ ਚਾਹੁੰਦਾ ਹਾਂ, ਕਈ ਵਾਰੀ ਸੋਚਦਾ ਹਾਂ ਇੱਕਦਮ ਚਲੇ ਜਾਵਾਂ, ਜਿਵੇਂ ਵੀ ਹੈਗਾ ਉਸ ਤਰ੍ਹਾਂ ਚਲੇ ਜਾਵਾਂ, ਪਰ ਫਿਰ ਮੇਰਾ ਦਿਮਾਗ ਮੈਨੂੰ ਰੋਕ ਲੈਂਦਾ। ਹਲੇ ਵੀ ਮੇਰੇ ਵਿੱਚ ਕੁਝ ਕਮੀਆਂ ਹੈ, ਹਲੇ ਵੀ ਇਹੋ ਜਿਹੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਠੀਕ ਕਰਨਾ ਚਾਹੁੰਦਾ, ਪਰ ਹਲੇ ਕਰ ਨਹੀਂ ਪਾਇਆ। ਅਤੇ ਮੈਂ ਚਾਹੁੰਦਾ ਕਿ ਮੈਂ ਤੈਨੂੰ ਪਰਫੈਕਟ ਹੋ ਕੇ ਹੀ ਮਿਲਾਂ। ਹੁਣ ਮੈਂ ਉਹਨੂੰ ਇੱਕ ਕੁਐਸਚਨ ਪੁੱਛਦੀ ਹਾਂ ਵੀ ਜੇ ਟਾਈਮ ਨਿਕਲ ਗਿਆ, ਜੇ ਮਤਲਬ ਕੁਛ ਹੋਰ ਹੋ ਗਿਆ ਇਸ ਟਾਈਮ 'ਚ, ਤੂੰ ਹਲੇ ਅੱਗੇ ਹੀ ਨਹੀਂ ਆ ਰਿਹਾ, ਜਾਂ ਡਿਵਾਈਨ ਮੈਸਕੂਲਾਈਨ ਤੁਸੀਂ ਹਲੇ ਅੱਗੇ ਹੀ ਨਹੀਂ ਆ ਰਹੇ, ਤਾਂ ਉਹ ਇਹ ਕਹਿੰਦਾ ਕਿ ਕਿਤੋਂ ਨਾ ਕਿਤੋਂ ਮੈਨੂੰ ਵਿਸ਼ਵਾਸ ਹੈ ਅੰਦਰ ਹੀ ਅੰਦਰ ਕਿ ਤੂੰ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕੇਂਗੀ ਜਾਂ ਤੂੰ ਕਿਸੇ ਹੋਰ ਵੱਲ ਨਹੀਂ ਜਾਏਂਗੀ। ਮੈਂ ਆਪਣੇ ਆਪ ਨੂੰ ਤਿਆਰ ਕਰ ਰਿਹਾ ਹਾਂ ਅਤੇ ਮੈਂ ਆਉਣ ਦੀ ਵੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਮੇਰੇ ਦਿਮਾਗ 'ਚ ਇਹ ਘੱਟ ਹੀ ਆਉਂਦਾ ਹੈ ਕਿ ਤੂੰ ਕੋਈ ਇਹੋ ਜਿਹਾ ਸਟੈਪ ਚੁੱਕ ਲਏਂਗੀ। ਮੇ ਬੀ ਮੈਨੂੰ ਵਿਸ਼ਵਾਸ ਹੈਗਾ ਜਾਂ ਮੇ ਬੀ ਮੇਰਾ ਕੋਈ ਓਵਰ ਕੌਨਫੀਡੈਂਸ ਹੈ। ਤੋ ਫਰੈਂਡਸ ਮੈਨੂੰ ਥੋੜ੍ਹਾ ਓਵਰ ਕੌਨਫੀਡੈਂਸ ਲੱਗ ਰਿਹਾ, ਜ਼ਿਆਦਾ ਹੈ, ਵਿਸ਼ਵਾਸ ਘੱਟ ਹੈ। ਉਹਨੂੰ ਇੱਕ ਓਵਰ ਕੌਨਫੀਡੈਂਸ ਹੈ ਕਿ ਤੁਸੀਂ ਕਿਤੇ ਨਹੀਂ ਜਾਓਗੇ ਜਾਂ ਕੁਛ ਹੋਰ, ਤੁਹਾਡੀ ਫੈਮਿਲੀ ਨਹੀਂ ਤੁਹਾਡੇ ਲਈ ਪਲਾਨ ਕਰ ਦੂਗੀ, ਜਾਂ ਤੁਸੀਂ ਥੱਕ ਕੇ ਕੁਛ ਹੋਰ ਨਹੀਂ ਕਰ ਲਓਗੇ ਆਪਣੇ ਆਪ ਕਿਉਂਕਿ ਇਹੋ ਜਿਹੀਆਂ ਐਨਰਜੀਜ਼ ਬਹੁਤ ਫੈਮੀਨਾਈਨ 'ਚ ਬਣਦੀਆਂ। ਓਬਵੀਅਸਲੀ ਵੇਟ ਕਰਨਾ ਆਸਾਨ ਨਹੀਂ ਹੁੰਦਾ, ਕਈ ਫੈਮੀਨਾਈਨਸ ਤਾਂ 5-5 6-6 ਸਾਲਾਂ ਤੋਂ, 11-11 ਸਾਲਾਂ ਤੋਂ, 10-10 ਸਾਲਾਂ ਤੋਂ ਵੇਟ ਕਰ ਰਹੀਆਂ ਹੈ। ਤਾਂ ਥੋੜ੍ਹਾ ਉਹ ਨਾ ਓਵਰ ਕੌਨਫੀਡੈਂਟ ਹੈ। ਮੇ ਬੀ ਤੁਸੀਂ ਉਹਨੂੰ ਬਹੁਤ ਪਿਆਰ ਕੀਤਾ, ਇਹੋ ਜਿਹਾ ਪਿਆਰ ਤੁਸੀਂ ਕਦੇ ਕਿਸੇ ਨੂੰ ਵੀ ਨਹੀਂ ਕੀਤਾ, ਉਹਨੇ ਵੀ ਕਿਸੇ ਨੂੰ ਨਹੀਂ ਕੀਤਾ ਇਹੋ ਜਿਹਾ ਪਿਆਰ, ਤੁਸੀਂ ਇਹੋ ਜਿਹਾ ਪਿਆਰ ਕਿਸੇ ਨੂੰ ਨਹੀਂ ਹੋਰ ਕੀਤਾ। ਤਾਂ ਉਹ ਨਾ ਕੌਨਫੀਡੈਂਸ ਉਹਨੂੰ ਬਹੁਤ ਹੈ, ਕਿਉਂਕਿ ਉਹਨੇ ਇਹੋ ਜਿਹਾ ਪਿਆਰ ਕਿਤੋਂ ਹੋਰ ਨਹੀਂ ਨਾ ਦੇਖਿਆ। ਹਰ ਕਿਸੇ ਦੇ 2 ਜਾਂ 3 ਜਾਂ 5 ਜਾਂ 6 ਤਾਂ ਰਹਿ ਹੀ ਚੁੱਕੇ ਹੁੰਦੇ ਆ, ਕੋਈ ਨਾ ਕੋਈ ਛੋਟੇ ਮੋਟੇ ਰਿਲੇਸ਼ਨਸ਼ਿਪ, ਜਾਂ ਜੇ ਕੋਈ ਉਸ ਤਰ੍ਹਾਂ ਦਾ ਵੀ ਬੰਦਾ ਲਾ ਲਓ, ਇੱਕ ਅੱਧਾ ਤਾਂ ਕੁਛ ਰਿਹਾ ਹੀ ਹੁੰਦਾ। ਤਾਂ ਉਹਨੇ ਕਦੇ ਕਿਤੇ ਦੇਖਿਆ ਨਹੀਂ ਨਾ ਇਸ ਤਰ੍ਹਾਂ ਦਾ, ਤਾਂ ਉਹਨੂੰ ਵੀ ਕੌਨਫੀਡੈਂਸ ਹੈ ਕਿ ਜੇ ਇੰਨਾ ਕਰਦੀ ਸੀ ਮੈਨੂੰ ਤਾਂ ਐਂ ਨਹੀਂ ਜਾਊਗੀ, ਮਤਲਬ ਛੱਡ ਕੇ ਨਹੀਂ ਜਾਊਗੀ, ਮੇਰਾ ਵੇਟ ਕਰੂਗੀ। ਪਰ ਉਹ ਕਿਤੇ ਨਾ ਕਿਤੇ ਥੋੜ੍ਹਾ ਨਾ ਦੁਨੀਆ ਤੋਂ ਵੀ ਅਲੱਗ ਹੈਗਾ, ਕਿ ਉਹਨੂੰ ਲੱਗਦਾ ਕਿ ਚਲੋ ਹਲੇ ਇੰਨੀ ਦੇਰ ਨਹੀਂ ਹੋਈ ਹੈਗੀ, ਚਾਹੇ 5 ਸਾਲ ਹੋ ਗਏ ਹੋਣ, 6 ਹੋ ਗਏ ਹੋਣ, 11 ਹੋ ਗਏ ਹੋਣ, ਉਹਦੇ ਲਈ ਘੱਟ ਹੀ ਹੈ ਟਾਈਮ। ਇਹ ਕੋਈ ਚੰਗੀ ਗੱਲ ਨਹੀਂ ਹੈ, ਪਰ ਉਹ ਇਸੇ ਤਰ੍ਹਾਂ ਸੋਚ ਰਿਹਾ ਹੈ। ਚਲੋ ਹੋਰ ਅੱਗੇ ਪੁੱਛਦੇ ਹਾਂ।
ਉਹ ਕਹਿ ਰਿਹਾ ਜਿਵੇਂ ਮੈਂ ਤੈਨੂੰ ਹਲਕਾ ਧੂਆਂ ਦਿਖਾ ਰਿਹਾ ਸੀ, ਆਪਾਂ ਦੋਨੋਂ ਇੱਕ ਦੂਜੇ ਨਾਲ ਜਦੋਂ ਮਿਲ ਜਾਵਾਂਗੇ ਤਾਂ ਹਲਕੇ ਧੂਏ ਵਰਗੀ ਆਪਣੀ એનર્ਜੀ ਹੋਊਗੀ। ਹਲਕੇ 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 ਆਪਾਂ ਉੱਪਰ 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 ਆਪਣੀ એનર્ਜੀ ਜਾਂਦੀ ਰਹੂਗੀ। ਆਪਣਾ ਰਿਸ਼ਤਾ ਵੀ ਓਨਾ ਹੀ ਲਾਈਟ ਫੀਲ ਕਰੂਗਾ। ਮੈਂ ਉਹ ਦਿਨ ਦਾ ਇੰਤਜ਼ਾਰ ਕਰ ਰਿਹਾ ਜਦੋਂ ਆਪਣੇ ਵਿੱਚ ਕੋਈ ਮਨਮੁਟਾਵ ਜਾਂ ਕੋਈ ਭਾਰੀ ਚੀਜ਼ ਰਹਿ ਹੀ ਨਾ ਜਾਵੇ ਅਤੇ ਆਪਾਂ ਉਸ ਧੂਏ ਦੇ ਵਾਂਗੂ ਅਸਮਾਨ ਨਾਲ ਮਿਲ ਜਾਈਏ ਜਾਂ ਅਸਮਾਨ ਨੂੰ ਛੂਹ ਲਈਏ। ਤੂੰ ਪੁੱਛਦੀ ਹੀ ਹੈ ਨਾ ਕਿ ਡਿਵਾਈਨ ਟਾਈਮਿੰਗ ਕੀ ਹੁੰਦਾ ਹੈ, ਮੈਂ ਕਦੋਂ ਆਵਾਂਗਾ। ਮੈਂ ਉਸ ਦਿਨ ਆਵਾਂਗਾ ਜਿੱਦਣ ਤੂੰ ਵੀ ਬਿਲਕੁਲ ਕਲੀਅਰ ਹੋਵੇਂਗੀ ਆਪਣੇ ਮਾਈਂਡ 'ਚ ਅਤੇ ਮੈਂ ਵੀ ਬਿਲਕੁਲ ਕਲੀਅਰ ਹੋਵਾਂਗਾ ਆਪਣੇ ਮਾਈਂਡ ਵਿੱਚ। ਅਤੇ ਆਪਣੇ ਮਾਈਂਡਸ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕੇਗਾ, ਆਪਣੇ ਦਿਲਾਂ ਨੂੰ ਮਿਲਣ ਤੋਂ ਕੋਈ ਨਹੀਂ ਰੋਕ ਸਕੇਗਾ। ਇਹੀ ਮੈਂ ਤੈਨੂੰ ਕਹਿਣਾ ਚਾਹੁੰਦਾ ਹੈ। ਜਿਸ ਦਿਨ ਉਹ ਧੂੰਆਂ ਪੂਰਾ ਲਾਈਟ ਹੋ ਗਿਆ ਨਾ, ਜਿਸ ਦਿਨ ਤੇਰੇ ਮਨ ਵਿੱਚ ਕੋਈ ਮੇਰੇ ਪ੍ਰਤੀ ਖਰਾਬ ਗੱਲ ਨਾ ਰਹੀ ਅਤੇ ਮੇਰੇ ਮਨ ਵਿੱਚ ਤੇਰੇ ਪ੍ਰਤੀ ਨਾ ਰਹੀ, ਜਿਸ ਦਿਨ ਆਪਣੇ ਮਨ 'ਚ ਪਿਆਰ ਹੀ ਪਿਆਰ ਹੋਇਆ, ਉਸ ਲਾਈਟ ਦਿਨ ਮੈਂ ਜ਼ਰੂਰ ਆਵਾਂਗਾ। ਜਿੱਦਣ ਤੇਰੀ એનર્ਜੀ ਪੂਰੀ ਅਲਾਈਨਡ ਹੋਈ, ਜਿੱਦਣ ਤੂੰ ਓਨਾ ਲਾਈਟ ਫੀਲ ਕਰਦੀ ਹੋਈ ਮੇਰੇ ਲਈ ਕਿ ਤੇਰੇ ਅੰਦਰ ਸਿਰਫ ਉਹ ਲਾਈਟ 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 ਪਿਆਰ ਦੀ ਫੀਲਿੰਗਸ ਹੋਈਆਂ, ਉਦਣ ਆਪਾਂ ਧੂਏ ਦੇ ਵਾਂਗੂ ਇੱਕ ਦੂਜੇ ਨਾਲ ਮਿਲ ਜਾਵਾਂਗੇ ਅਤੇ ਅਸਮਾਨ ਨੂੰ ਛੂਹ ਜਾਵਾਂਗੇ, ਅਸਮਾਨ ਤੱਕ ਉੜ ਜਾਵਾਂਗੇ। ਇਹੀ ਮੈਂ ਤੈਨੂੰ ਕਹਿਣਾ ਚਾਹੁੰਦਾ ਹੈ, ਇਹੀ ਮੈਂ ਤੈਨੂੰ ਕਹਿਣਾ ਚਾਹੁੰਦਾ ਹੈ। ਤੋ ਅਲਵਿਦਾ ਦੋਸਤੋ, ਮੈਂ ਤੁਹਾਨੂੰ ਫੇਰ ਮਿਲਾਂਗੀ। ਇਹ ਚੈਨਲਿੰਗ ਮੈਂ ਇਸੇ ਲਈ ਕੀਤੀ ਕਿਉਂਕਿ ਪੰਜਾਬੀ ਮੇਰੀ ਨੇਟਿਵ ਲੈਂਗੁਏਜ ਹੈ, ਮੇਰੀ ਮਦਰ ਟੰਗ ਹੈ। ਤਾਂ ਹਿੰਦੀ ਵਿੱਚ ਕਰ ਰਹੀ ਹਾਂ, ਇੰਗਲਿਸ਼ ਵਿੱਚ ਕਰ ਰਹੀ ਹਾਂ, ਤਾਂ ਪੰਜਾਬੀ ਵਿੱਚ ਕਿਉਂ ਨਹੀਂ। ਆਈ ਹੋਪ ਤੁਸੀਂ ਇਸ ਵੀਡੀਓ ਨੂੰ ਬਹੁਤ ਲਵ ਦਿਓਗੇ, ਬਹੁਤ ਪਿਆਰ ਦਿਓਗੇ ਅਤੇ ਇਹਨੂੰ ਆਪਣਾ ਸਮਝ ਕੇ ਅਪਣਾਓਗੇ। ਥੈਂਕ ਯੂ ਸੋ ਮਚ।